ਹੈਲੋ ਸਟੂਡੈਂਟ, ਅੱਜ ਆਪਾਂ ਲਿਨਕਸ ਦੀ ਫਸਟ ਯੂਨਿਟ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਪਹਿਲੀ ਯੂਨਿਟ ਕੰਪਲੀਟ ਹੋ ਜੇ। ਪਹਿਲੇ ਹੀ ਆਲਰੇਡੀ ਕਰ ਚੁੱਕੇ ਹਾਂ, ਤਾਂ ਇਹਦੇ ਅਕੋਰਡਿੰਗ ਆਪਾਂ ਦੱਸਦੇ ਹਾਂ। ਲਿਨਕਸ ਪਹਿਲਾ ਜਿਹੜਾ ਅਪਗ੍ਰੇਡੇਸ਼ਨ ਸੀਗਾ ਇਹਦਾ, ਤਾਂ ਯੂਨਿਕਸ ਸੀ ਜੋ ਕੰਪਿਊਟਰ ਆਪਰੇਟਿੰਗ ਸਿਸਟਮ ਹੁੰਦਾ ਜਿਹੜਾ ਵਿਚ ਇਜ਼ ਕੈਪੇਬਲ ਆਫ ਹੈਂਡਲਿੰਗ ਐਕਟੀਵਿਟੀ ਫਰੋਮ ਦਾ ਮਲਟੀਪਲ ਯੂਜ਼ਰ। ਇੱਕੋ ਟਾਈਮ 'ਤੇ ਬਹੁਤ ਸਾਰੇ ਮਲਟੀਪਲ ਯੂਜ਼ਰਾਂ ਦੀ ਐਕਟੀਵਿਟੀ ਨੂੰ ਹੈਂਡਲ ਕਰਦਾ ਸੀ। ਇਹ 1969 ਦੇ ਵਿੱਚ AT&T ਵੈਲ ਲੈਬਸ ਦੇ ਦੁਆਰਾ ਕੇਨ ਥੋਮਸ ਅਤੇ ਡੈਨਰਿਸ ਦੁਆਰਾ ਬਣਾਇਆ ਗਿਆ ਸੀ। ਇਸ ਲੈਬ ਦੇ ਵਿੱਚ ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ ਲਿਨਕਸ ਨੂੰ ਜਿਹੜਾ ਚੇਂਜ ਕਰਕੇ ਉਸ ਦਾ ਨਾਮ ਦੇ ਦਿੱਤਾ ਗਿਆ। ਜਿਵੇਂ ਕਿ ਇਸ ਇੱਧਰ ਦਿੱਤਾ ਹੋਇਆ ਹੈਗਾ, ਲਿਨਕਸ ਨੂੰ ਡਿਵੈਲਪ ਕੀਤਾ ਸੀ 1991 ਦੇ ਵਿੱਚ ਲਿਨਸ ਟੋਵਾਰਡ ਦੁਆਰਾ ਕੀਤਾ ਗਿਆ ਸੀ। ਤਾਂ ਇਹਨਾਂ ਦੇ ਕੁਝ ਇੰਪਰੂਵਮੈਂਟ ਕਰਕੇ ਤਾਂ ਉਹਨਾਂ ਨਵਾਂ ਡਿਜ਼ਾਈਨਰ ਜਿਹੜਾ ਸੋਫਟਵੇਅਰ ਲਾਂਚ ਕੀਤਾ ਗਿਆ ਸੀ। ਤਾਂ ਇਹ ਲਿਨਕਸ ਨੂੰ ਵਾਟ ਇਜ਼ ਲਿਨਕਸ ਨੂੰ ਓਪਨ ਸੋਰਸ ਆਪਰੇਟਿੰਗ ਸਿਸਟਮ ਇਸ ਲਈ ਕਿਹਾ ਜਾਂਦਾ ਕਿਉਂਕਿ ਇੱਕ ਤਾਂ ਦੂਸਰੀ ਵਿੰਡੋ ਦੀ ਤਰ੍ਹਾਂ ਇਹ ਮਹਿੰਗਾ ਨਹੀਂ ਹੈ, ਇਹਦੀ ਕੋਈ ਕੋਸਟ ਨਹੀਂ ਹੈ, ਤਾਂ ਇਹ ਫ੍ਰੀ ਆਫ ਕੋਸਟ ਹੈ। ਸੈਕਿੰਡ, ਇਹ ਮੇਨ ਰੀਜ਼ਨ ਇਹ ਹੈ ਕਿ ਜੇ ਕਿਸੇ ਪਰਸਨ ਨੂੰ ਕੋਡਿੰਗ ਆਉਂਦੀ ਹੈ, ਲੈਂਗੁਏਜ ਆਉਂਦੀ ਹੈ, ਤਾਂ ਉਹ ਆਪਦੇ ਸਿਸਟਮ ਦੇ ਅਕੋਰਡਿੰਗ, ਆਪਦੇ ਬਿਜ਼ਨਸ ਦੇ ਅਕੋਰਡਿੰਗ ਉਹਨੂੰ ਚੇਂਜਸ ਕਰ ਸਕਦਾ, ਨਿਊ ਜਿਹੜਾ ਆਪਰੇਟਿੰਗ ਸਿਸਟਮ ਡਿਵੈਲਪ ਕਰ ਸਕਦਾ। ਅਤੇ ਇਹ ਸਭ ਤੋਂ ਵੱਡੀ ਇਹਦੇ 'ਚ ਜਿਹੜੀ ਸਪੈਸ਼ਲਿਸਟੀ ਹੈ। ਤਾਂ ਆਪਰੇਟਿੰਗ ਸਿਸਟਮ ਹੁੰਦਾ ਕੀ ਹੈਗਾ, ਸਭ ਤੋਂ ਪਹਿਲਾਂ ਇਹ ਪਤਾ ਹੋਣਾ ਜ਼ਰੂਰੀ ਹੈ। ਤਾਂ ਇੱਕ ਤਰ੍ਹਾਂ ਦਾ ਸੋਫਟਵੇਅਰ ਹੈ ਜਿਹੜਾ ਇਨੇਬਲ ਕਰਵਾਉਂਦਾ ਕਮਿਊਨੀਕੇਸ਼ਨ ਬਿਟਵੀਨ ਕੰਪਿਊਟਰ ਹਾਰਡਵੇਅਰ ਐਂਡ ਸੋਫਟਵੇਅਰ। ਹਾਰਡਵੇਅਰ ਅਤੇ ਸੋਫਟਵੇਅਰ ਦੇ ਵਿੱਚ ਕਮਿਊਨੀਕੇਸ਼ਨ ਕਰਵਾਉਂਦਾ ਗਾ। ਤਾਂ ਇਸ ਤਰ੍ਹਾਂ ਇਹ ਤੁਹਾਨੂੰ ਕਾਫੀ ਹੈਗਾ ਕਿਉਂਕਿ ਤੁਸੀਂ ਪਹਿਲੇ ਪੜ੍ਹ ਚੁੱਕੇ ਹੋ। ਜਸਟ ਮੇਨ ਤੁਹਾਨੂੰ ਰਿਵੀਜ਼ਨ ਹੋਣੀ ਚਾਹੀਦੀ ਇਹਦੀ। ਅਤੇ ਐਵੋਲੂਸ਼ਨਸ ਆਫ ਦਾ ਲਿਨਕਸ ਦੈਟ ਇਜ਼ ਹਿਸਟਰੀ ਇੱਕ ਤਰ੍ਹਾਂ ਦੀ ਕਹਿ ਸਕਦੇ ਹੋ। ਤਾਂ ਉਸ ਦੇ ਵਿੱਚ ਤੁਹਾਡਾ ਨਾਊ-ਡੇਜ਼ ਲਿਨਕਸ ਫਾਸਟ ਗਰੋਇੰਗ ਕਿਉਂ ਆ? ਕਿਉਂਕਿ ਇਹ ਜਲਦੀ ਫੋਨ 'ਤੇ ਵੀ ਚੱਲ ਰਿਹਾ, ਸੁਪਰ ਕੰਪਿਊਟਰ 'ਤੇ ਵੀ ਯੂਜ਼ ਕਰ ਰਹੇ ਹੋਏ ਸੋਫਟਵੇਅਰ। ਆਲਮੋਸਟ ਸਾਰੇ ਡਿਵਾਈਸ ਜਿਹੜੇ ਇਹਦੇ ਕੈਪੇਬਲ ਹੁੰਦੇ ਆ, ਤਾਂ ਉਹਦੇ ਅਕੋਰਡਿੰਗ ਤੁਸੀਂ ਇਹਨੂੰ ਯੂਜ਼ ਕਰ ਸਕਦੇ। ਸਟਰਕਚਰ ਆਫ ਲਿਨਕਸ ਆਪਰੇਟਿੰਗ ਸਿਸਟਮ ਇਹਦਾ ਸਟਰਕਚਰ ਕਿੱਦਾਂ? ਇਹਦੇ ਵਿੱਚ ਬਹੁਤ ਸਾਰੇ ਸੋਫਟਵੇਅਰ ਹੁੰਦੇ ਹਨ ਜਿਨ੍ਹਾਂ ਦਾ ਆਪਣਾ ਕੰਮ ਹੁੰਦਾ, ਅਤੇ ਉਹ ਡਿਜ਼ਾਈਨ ਕੀਤੇ ਗਏ ਹੋਏ ਨੇ ਅਲੱਗ-ਅਲੱਗ। ਤਾਂ ਉਸ ਤੋਂ ਬਾਅਦ ਹੁੰਦਾ ਲਿਨਕਸ ਦਾ ਐਡਮਿਨਿਸਟ੍ਰੇਟਰ ਹੁੰਦਾ, ਉਹਦੀਆਂ ਡਿਊਟੀਜ਼ ਐਂਡ ਰਿਸਪੋਂਸੀਬਿਲਿਟੀਜ਼ ਕਿਹੜੀਆਂ ਨੇ? ਇਹ ਇਹਦੀਆਂ ਸਾਰੀਆਂ ਡਿਊਟੀਜ਼ ਐਂਡ ਰਿਸਪੋਂਸੀਬਿਲਿਟੀਜ਼ ਨੇ। ਕਿਉਂਕਿ ਕਦੇ ਵੀ ਜਿਹੜਾ ਕੋਈ ਹੈੱਡ ਹੁੰਦਾ, ਚਾਹੇ ਆਪਣੇ ਘਰ ਦਾ ਹੋਵੇ, ਕਾਲਜ ਦਾ ਹੋਵੇ, ਬਿਜ਼ਨਸ ਦਾ ਹੋਵੇ, MD ਹੈ ਜੋ ਵੀ, ਤਾਂ ਉਹਦੀਆਂ ਰਿਸਪੋਂਸੀਬਿਲਿਟੀਜ਼ ਅਤੇ ਉਹਦੀ ਡਿਊਟੀਜ਼ ਹੁੰਦੀਆਂ ਨੇ। ਤਾਂ ਉਹਨਾਂ ਦੇ ਅਕੋਰਡਿੰਗ ਹੀ ਜਿਹੜਾ ਸੋਫਟਵੇਅਰ ਇਹਦੇ ਵੀ ਆਪਣੇ ਰੂਲਸ ਹੁੰਦੇ ਨੇ। ਲਿਨਕਸ ਐਡਮਿਨਿਸਟਰ ਦੀ ਮੇਨ ਰਿਸਪੋਂਸੀਬਿਲਿਟੀ ਕੀ ਹੈ? ਉਹਨੂੰ ਇੰਸਟਾਲ ਕਰਨਾ, ਉਹਨੂੰ ਸਰਵਰ 'ਤੇ ਚਲਾਉਣਾ, ਉਹਦਾ ਸੈਟਅਪ ਕਰਨਾ। ਤਾਂ ਉਹ ਚੀਜ਼ਾਂ ਔਰਗਨਾਈਜੇਸ਼ਨ ਕਿਵੇਂ ਡਿਵੈਲਪ ਕਰਨਾ, ਉਹਦੇ ਵਿੱਚ ਕਿਵੇਂ ਚੇਂਜਸ ਕਰਨੇ, ਕਿਹੜੀ ਚੀਜ਼ ਉਹਦੇ ਵਿੱਚ ਰੱਖਣੀ ਹੈ, ਕਿਹੜੀ ਉਹਦਾ ਕੁਐਸਚਨ ਆਨਸਰ ਜਲਦੀ ਹੋਵੇ, ਤਾਂ ਉਸ ਦੇ ਅਕੋਰਡਿੰਗ ਮੇਨਟੇਨ ਕਰਨਾ। ਸੈਕਿੰਡ ਹੈਗਾ ਪਰਫੋਰਮ ਸਿਸਟਮ ਮੇਨਟੇਨੈਂਸ। ਜੇ ਅਗਰ ਆਪਾਂ ਸਿਸਟਮ ਦੀ ਪਰਫੋਰਮੈਂਸ ਨੂੰ ਮੇਨਟੇਨ ਟਾਈਮ ਟੂ ਟਾਈਮ ਨਹੀਂ ਕਰਦੇ ਰਹਾਂਗੇ ਤਾਂ ਜਿਹੜਾ ਆਪਣਾ ਸਿਸਟਮ ਆ ਉਹ ਕਰਪਟ ਹੋ ਸਕਦਾ। ਜਿਵੇਂ ਕਿ ਆਪਾਂ ਇਹ ਕਾਲਜ ਦੀ ਆ ਕਿਸੇ ਚੀਜ਼ ਦੀ ਰਿਪੇਅਰ ਨਹੀਂ ਕਰਵਾਉਂਦੇ, ਕੰਪਿਊਟਰ ਦੀ ਰਿਪੇਅਰ ਨਹੀਂ ਕਰਵਾਉਂਦੇ, ਟਾਈਮ ਸਿਰ ਉਹਦਾ ਵਰਕ ਧਿਆਨ ਨਹੀਂ ਰੱਖਦੇ, ਤਾਂ ਉਹ ਲੋਸ ਹੋ ਸਕਦਾ। ਸੇਮ ਹੀ ਇਹ ਜਿਹੜਾ ਆਪਰੇਟਿੰਗ ਸਿਸਟਮ ਹੁੰਦਾ ਉਹਨੂੰ ਮੇਨਟੇਨ ਕਰਕੇ ਰੱਖਣਾ ਕਿਹਦਾ ਕੰਮ ਹੁੰਦਾ? ਲਿਨਕਸ ਐਡਮਿਨਿਸਟ੍ਰੇਟਰ ਦਾ। ਤਾਂ ਚਾਹੇ ਸਰਵਰ ਸਾਈਡ ਇਸ਼ੂ ਹੋ, ਕੋਈ ਵੀ ਇਸ਼ੂ, ਅਤੇ ਉਹ ਇਹਦੇ ਅਕੋਰਡਿੰਗ ਇਹਨੂੰ ਸੈੱਟ ਕਰਨੇ ਪੈਂਦੇ ਆ। ਕ੍ਰੀਏਟ ਸਿਸਟਮ ਬੈਕਅਪ। ਇਸ ਸਿਸਟਮ ਹੈ ਜਿਹੜਾ ਸੋਫਟਵੇਅਰ ਸਿਸਟਮ ਹੈ ਜਿਹੜਾ, ਤਾਂ ਇਹਦੇ ਵਿੱਚ ਬੈਕਅਪ ਦੀ ਵੀ ਕੈਪੇਬਿਲਿਟੀ ਹੁੰਦੀ ਹੈ। ਕਿਸੇ ਵੀ ਇੰਡਸਟਰੀ ਜਾਂ ਕੰਪਨੀ ਹੈ ਤਾਂ ਉਹਦੇ ਅਕੋਰਡਿੰਗ ਇਹਨੂੰ ਬੈਕਅਪ ਰੱਖਣਾ ਪੈਂਦਾ, ਵੀਕਲੀ, ਮੰਥਲੀ, ਜਿਸ ਦੇ ਅਕੋਰਡਿੰਗ ਹੋਵੇ। ਸੈਕਿੰਡ ਦਾ ਮੋਨੀਟਰ ਸਿਸਟਮ, ਜਿਸ 'ਤੇ ਮੇਨ ਹੀ ਪਰਫੋਰਮੈਂਸ ਸ਼ੋ ਹੋਣੀ ਹੈ, ਪਰਫੋਰਮੈਂਸ ਜਿੱਥੇ ਹੋਣੀ ਹੈ। ਅਗਰ ਉੱਥੇ ਕੋਈ ਪ੍ਰੋਬਲਮ ਆਉਣ ਲੱਗ ਜੇ ਤਾਂ ਐਟ ਏ ਟਾਈਮ ਆਪਾਂ ਨੂੰ ਰਿਜ਼ਲਟ ਦਾ ਨਾਲ ਇਹ ਵੀ ਹੋ ਸਕਦਾ ਕਿ ਬਿਜ਼ਨਸ ਨੂੰ ਲੋਸ ਹੋ ਜੇ। ਤਾਂ ਅਸੀਂ ਕਿਹਾ ਪੋਟੈਂਸ਼ੀਅਲ ਇਸ਼ੂ ਔਰ ਰਿਕਵਰਿੰਗ ਪ੍ਰੋਬਲਮ, ਜਿਹੜੀ ਵਾਰ ਅਗੇਨ ਰਿਕਵਰਿੰਗ ਹੁੰਦਾ ਗਾ, ਅਗੇਨ ਦੁਬਾਰਾ ਪ੍ਰੋਬਲਮ ਆ ਜਾਣੀ। ਤਾਂ ਉਹ ਸਿਸਟਮ ਦੇ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਲਿਨਕਸ ਨੋਟਸ ਕਰਦਾ ਰਹਿੰਦਾ ਐਡਮਿਨਿਸਟਰ, ਉਹਨਾਂ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਦੇ ਸੋਲਿਊਸ਼ਨ ਵੀ ਲੱਭਦਾ ਤਾਂ ਕਿ ਸਿਸਟਮ ਰਿਮੇਨ ਯੂਜ਼ੇਬਲ ਐਂਡ ਫॉर ਦਾ ਪਰਸਨਲ। ਪ੍ਰੋਵਾਈਡ ਟੈਕਨੀਕਲ ਸਪੋਰਟ, ਸਭ ਤੋਂ ਵੱਡੀ ਮੇਨ ਹੁੰਦੀ ਹੈ। ਜੇ ਅਗਰ ਉਹਦੇ 'ਚ ਕੋਈ ਟੈਕਨੀਕਲ ਇਸ਼ੂ ਆ ਰਿਹਾ ਤਾਂ ਆਪਣਾ ਜਿਹੜਾ ਸਿਸਟਮ ਆ ਚੱਲੂਗਾ ਹੀ ਨਹੀਂ। ਤਾਂ ਸਭ ਤੋਂ ਸਾਡਾ ਜਿਹੜਾ ਸਿਸਟਮ ਹੈ ਡਿਪੈਂਡ ਹੀ ਟੈਕਨੀਕਲ 'ਤੇ ਹੁੰਦਾ। ਤਾਂ ਇਹਦੇ ਅਕੋਰਡਿੰਗ ਟੈਕਨੀਕਲ ਪ੍ਰੋਬਲਮ ਜਿਹੜੀ ਹੁਣ ਸੋਲਵ ਕਰਨੀ ਜ਼ਿਆਦਾ ਜ਼ਰੂਰੀ ਹੈ। ਜਿਵੇਂ ਵੀ ਇੰਸਟਾਲੇਸ਼ਨ 'ਚ ਹੋ ਸਕਦਾ ਕਿਸੇ ਨੂੰ ਪ੍ਰੋਬਲਮ ਆਉਂਦੀ ਹੋਵੇ, ਇਹਦੇ ਸੈਟਅਪ 'ਚ ਆਉਂਦੀ ਹੁੰਦੀ, ਤਾਂ ਇਹ ਚੀਜ਼ਾਂ ਨੂੰ ਵੀ ਉਹ ਫਰੀ ਆਫ ਕਰਦਾ ਹੈਗਾ। ਨੈਕਸਟ ਆਪਣਾ ਹੈਗਾ ਗਾ ਇਹ ਨਾ ਸਿਸਟਮ ਸਿਕਿਉਰਿਟੀ ਇਹਦੇ ਵਿੱਚ ਇਹ ਸਭ ਤੋਂ ਮੇਨ ਹੁੰਦਾ ਕਿਉਂਕਿ ਅਗਰ ਸਿਕਿਉਰਿਟੀ ਨਹੀਂ ਹੈ ਸਿਸਟਮ ਦੇ ਵਿੱਚ ਤਾਂ ਆਪਾਂ ਆਪਣਾ ਸੋਫਟਵੇਅਰ ਹੈ ਜਿਹੜਾ ਉਹਦੇ ਵਿੱਚ ਜੋ ਫਾਈਲਸ ਵਗੈਰਾ ਉਹਨਾਂ ਨੂੰ ਸਿਕਿਉਰ ਕਿਵੇਂ ਕਰ ਸਕਦੇ ਹਾਂ। ਤਾਂ ਉਹਦੇ ਅਕੋਰਡਿੰਗ ਇਹਦੇ ਇਸ ਤਰ੍ਹਾਂ ਦਾ ਸਭ ਤੋਂ ਵੱਡੀ ਕੈਪੇਬਿਲਿਟੀ ਮੇਨਟੇਨੈਂਸ ਕਰਨਾ ਸਿਕਿਉਰਿਟੀ ਨੂੰ। ਤਾਂ ਇਹ ਸਭ ਤੋਂ ਬੈਸਟ ਹੈਗਾ ਕਿ ਤੁਸੀਂ ਆਪਣੇ ਜੋ ਵੀ ਚੀਜ਼ ਫਾਈਲਸ ਆ ਉਹਨਾਂ ਨੂੰ ਡਾਇਰੈਕਟਰੀ ਦੇ ਅੰਦਰ ਜਾ ਕੇ ਸੇਵ ਕਰਕੇ ਰੱਖ ਸਕਦੇ ਹੋ। ਇਹਦੇ ਵਿੱਚ ਸਿਕਿਉਰਿਟੀ ਹੁੰਦੀ ਹੈ। ਲਿਨਕਸ ਐਡਮਿਨਿਸਟਰ ਕੰਪਿਊਟਰ ਰਨਿੰਗ ਔਨ ਦਾ ਲਿਨਕਸ ਆਪਰੇਟਿੰਗ ਸਿਸਟਮ। ਤਾਂ ਇਹ ਜਿਹੜਾ ਸਾਰੀਆਂ ਚੀਜ਼ਾਂ ਇੰਟੀਗ੍ਰੇਟ ਕਰਨਾ, ਸਿਕਿਉਰਿਟੀ ਕਰਨਾ, ਤਾਂ ਇਹ ਸਾਰਾ ਇਹਨਾਂ ਦੇ ਵਿੱਚ ਜਿਹੜਾ ਸਾਰਾ
ਮੇਨ ਆ ਜਾਏਗਾ ਵੀ ਟੇਕ ਕੇਅਰ ਕਰਨਾ ਕੰਪਿਊਟਰ ਦੀ, ਤਾਂ ਇਹ ਐਡਮਿਨਿਸਟਰ ਦਾ ਕੰਮ ਹੁੰਦਾ ਸਾਰਾ। ਉਸ ਤੋਂ ਅੱਗੇ ਆਪਣੇ ਆਗੇ ਕੰਪੋਨੈਂਟ। ਕੰਪੋਨੈਂਟ ਕਿਹੜੇ ਕਿਹੜੇ ਨੇ? ਕਰਨਲ ਸਭ ਤੋਂ ਮੇਨ ਹੁੰਦਾ ਗਾ। ਲਿਨਿਕਸ ਕਰਨਲ ਇਜ਼ ਕੋਰ ਪਾਰਟ ਆਫ ਆਪਰੇਟਿੰਗ ਸਿਸਟਮ, ਐਸਟੈਬਲਿਸ਼ ਕਮਿਊਨੀਕੇਸ਼ਨ ਬਿਟਵੀਨ ਦਾ ਡਿਵਾਈਸ ਐਂਡ ਅ ਸੋਫਟਵੇਅਰ। ਜਿਹੜੇ ਸੋਫਟਵੇਅਰ ਜਾਂ ਡਿਵਾਈਸ ਯੂਜ਼ ਕਰਦੇ ਆ ਉਹਨਾਂ ਦੇ ਲਈ, ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਕਮਿਊਨੀਕੇਸ਼ਨ ਨੂੰ ਵਿਕਸਿਤ ਕਰਨਾ, ਐਸਟੈਬਲਿਸ਼ ਕਰਨ ਦਾ ਮਤਲਬ ਉਹ ਚੀਜ਼ ਹੈ। ਡਿਵਾਈਸ ਮੈਨੇਜਮੈਂਟ, ਸਾਰੇ ਡਿਵਾਈਸ ਨੂੰ ਮੈਨੇਜਮੈਂਟ ਕਰਨਾ, ਚਾਹੇ ਮੈਮਰੀ ਕਾਰਡ ਹੈ, ਚਾਹੇ ਡਿਵਾਈਸ ਕਾਰਡ ਹੈ, ਚਾਹੇ ਸਾਊਂਡ ਕਾਰਡ ਹੈ, ਉਹਨਾਂ ਨੂੰ ਸਾਰਿਆਂ ਨੂੰ ਮੈਨੇਜਮੈਂਟ ਕਰਕੇ ਰੱਖਣਾ ਕਿਹਦਾ ਕੰਮ ਹੈਗਾ? ਕਰਨਲ ਦਾ ਕੰਮ ਹੈਗਾ। know the what a device can do and how to manipulate bring out the performance, ਉਹਨਾਂ ਦੀ ਕਿਵੇਂ ਚੇਂਜਸ ਕਰਨੇ ਆ, ਸਾਰੇ ਡਿਵਾਈਸ ਦੇ ਵਿੱਚ ਕਮਿਊਨੀਕੇਸ਼ਨ ਇੱਕ ਦੂਜੇ ਦੇ ਵਿੱਚ ਕਿਵੇਂ ਕਰਨਾ ਹੈ। ਤਾਂ ਨੈਕਸਟ ਜੋ ਹੈਗਾ ਜੋ ਆਪਣਾ ਮੈਮਰੀ ਮੈਨੇਜਮੈਂਟ, ਤਾਂ ਅਨਦਰ ਉਹ ਤਾਂ ਸਾਰੇ ਉਹਦੇ ਵਿੱਚ ਸੀਗੇ ਵੀ ਸਾਰਿਆਂ ਨੂੰ ਇੱਕ ਜਗ੍ਹਾ ਦੇਣੀ, ਤਾਂ ਉਹਨਾਂ ਦੀ ਇੱਕ ਪਰਫੋਰਮੈਂਸ ਅਲੱਗ-ਅਲੱਗ। ਅਤੇ ਮੈਮਰੀ ਮੈਨੇਜਮੈਂਟ ਬੇਸਿਕ ਪਾਰਟ ਆ ਗਿਆ, ਉਹਦੇ ਵਿੱਚ ਡਿਵਾਈਸ ਹੋ ਗਏ ਮੈਮਰੀ ਮੈਨੇਜਮੈਂਟ ਦੇ, ਜਿਵੇਂ ਆਪਾਂ ਗੱਲ ਕੀਤੀ ਸੀ। ਤਾਂ ਇਹਦੇ ਵਿੱਚ ਮੈਮਰੀ ਹੋ ਗਈ, ਇੱਕ ਮੈਮਰੀ ਨੂੰ ਟਰੈਕ ਦੇ ਵਿੱਚ ਰੱਖਣਾ ਹੁੰਦਾ। ਕਰਨਲ ਕੀਪ ਟਰੈਕ ਆਫ ਯੂਜ਼ ਐਂਡ ਅਨਯੂਜ਼ ਮੈਮਰੀ, ਉਹਨਾਂ ਨੂੰ ਇੱਕ ਟਰੈਕ ਦੇ ਵਿੱਚ ਰੱਖਦਾ, ਜਿੱਥੇ ਆਪਾਂ ਨੂੰ ਪਤਾ ਚੱਲਦਾ ਕਿੰਨੀ ਮੈਮਰੀ ਕਿਹੜੀ ਹੈ ਅਤੇ ਕਿੰਨੀ ਮੈਮਰੀ ਕਿੰਨੀ ਖਾਲੀ ਹੈ ਜਾਂ ਜਿੰਨੀ ਆਪਾਂ ਯੂਜ਼ ਕਰ ਲਈ। ਸੈਕਿੰਡ ਹੈਗਾ ਪ੍ਰੋਸੈਸ ਮੈਨੇਜਮੈਂਟ। ਪ੍ਰੋਸੈਸ ਮੈਨੇਜਮੈਂਟ ਜਦੋਂ ਕੋਈ ਤੁਸੀਂ ਇੱਕ ਕੰਮ ਦੇ ਦਿੰਦੇ ਹੋ, ਦੂਸਰਾ ਕੰਮ ਆਉਣ ਵਾਲਾ ਹੁੰਦਾ ਹੈ, CPU ਨੂੰ ਹੈਂਡਲ ਕਰਵਾਉਣ ਵਾਸਤੇ ਉਹ ਚੀਜ਼ਾਂ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਟਾਈਮ ਕਰਕੇ ਅਸਾਈਨ ਕਰਕੇ ਰੱਖਣਾ ਕਿਹਦਾ ਕੰਮ ਹੈ? ਕਰਨਲ ਦਾ। ਹੈਂਡਲਿੰਗ ਸਿਸਟਮ ਕਾਲਸ, ਤਾਂ ਇਹਦੇ ਵਿੱਚ ਵੀ ਹੈ ਪ੍ਰੋਗਰਾਮਰ ਕੈਨ ਰਾਈਟ ਐਂਡ ਕਿਊਰੀ ਆਸਕ ਦਾ ਕਰਨਲ ਟੂ ਪਰਫੋਰਮ ਦਾ ਟਾਸਕ। ਜੋ ਵੀ ਟਾਸਕ ਦਿੰਦੇ ਹੋ ਤਾਂ ਉਹਦੇ ਪਰਫੋਰਮ ਪ੍ਰੋਗਰਾਮਰ ਦਿੰਦਾ ਹੈਗਾ ਰਾਈਟ ਕਰਕੇ, ਤਾਂ ਉਹਦੇ ਪਰਫੋਰਮ ਟਾਸਕ 'ਤੇ ਕਰਵਾਉਣਾ ਕਿਹਦਾ ਕੰਮ ਹੈ? ਕਰਨਲ ਦਾ। ਤਾਂ ਕੰਪੋਨੈਂਟ ਦੇ ਵਿੱਚ ਸੈਕਿੰਡ ਆ ਜਿਵੇਂ ਤੁਹਾਡਾ ਸੀਗਾ ਕਰਨਲ ਸਿਸਟਮ ਲਾਇਬ੍ਰੇਰੀਜ਼, ਜਿਹਦੇ ਵਿੱਚ ਸਾਰੇ ਸਪੈਸ਼ਲ ਪ੍ਰੋਗਰਾਮਾਂ ਦੀ ਹੈਲਪ ਯੂਜ਼ ਆਪਸ਼ਨਸ ਹੁੰਦੀਆਂ ਗਾ। ਤਾਂ ਸਾਰੀਆਂ ਕਿਹਦੇ ਵਿੱਚ ਹੁੰਦੀਆਂ? ਸਿਸਟਮ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਆਉਂਦੀ, ਜਿਸ ਤਰ੍ਹਾਂ ਆਪਾਂ ਨੂੰ ਸਟੱਡੀ ਦੇ ਰਿਲੇਟਡ ਕੋਈ ਪ੍ਰੋਬਲਮ ਆਉਂਦੀ ਤਾਂ ਆਪਾਂ ਲਾਇਬ੍ਰੇਰੀ 'ਚ ਜਾਂਦੇ ਹਾਂ। ਤਾਂ ਉਸੇ ਤਰ੍ਹਾਂ ਅਗਰ ਇਹਨਾਂ ਦੇ ਕੋਈ ਆਪਰੇਟਿੰਗ ਸਿਸਟਮ ਦੇ ਰਿਗਾਰਡਿੰਗ ਕੋਈ ਵੀ ਇਸ਼ੂ ਹੁੰਦਾ ਤਾਂ ਉਹ ਕਰਨਲ ਹੈ ਜਿਸ ਨੂੰ ਹੈਜ਼ ਟੂ ਟ੍ਰਿਗਰ ਦਾ ਪਰਫੋਰਮ ਟਾਸਕ ਕਿਸੇ 'ਤੇ ਵੀ, ਤਾਂ ਉਹ ਹੈਲਪ ਕਿੱਥੋਂ ਦਿੰਦੇ? ਸਿਸਟਮ ਲਾਇਬ੍ਰੇਰੀ 'ਚੋਂ। ਉਸ ਤੋਂ ਅੱਗੇ ਇਸ ਤੋਂ ਆ ਗਿਆ ਜਿਹੜਾ ਸਿਸਟਮ ਟੂਲਸ ਨੇ, ਇਹ ਵੀ ਇਹਦਾ ਪਾਰਟਸ। ਸਿਸਟਮ ਟੂਲਸ ਹੁੰਦਾ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਤੁਹਾਡੇ ਲਾਈਕ ਯੂਜ਼ ਕਰਨ ਵਾਲੀਆਂ, ਜਿਵੇਂ ਕਿ ਜੇ ਕਮਾਂਡਸ ਸਾਰੀਆਂ ਯੂਜ਼ ਕਰੋਗੇ ਤਾਂ ਦੈਟ ਇਜ਼ ਸਿਸਟਮ ਟੂਲਸ। ਕੋਈ ਵੀ ਕਮਾਂਡ ਯੂਜ਼ ਕਰਦੇ ਹੋ, ਡਾਟਾ ਚੇਂਜ ਕਰਨਾ, ਡਾਟਾ ਨੂੰ ਐਕਸੈਸ ਕਰਨਾ, ਕੋਈ ਵੀ ਡਾਇਰੈਕਟਰੀ ਯੂਜ਼ ਕਰਨਾ, ਦੈਟ ਇਜ਼ ਡਿਵੈਲਪਮੈਂਟ ਟੂਲਸ। 3 ਕੰਪੋਨੈਂਟ ਹੁੰਦੇ ਨੇ ਔਨ ਦਾ ਵਰਕਿੰਗ ਦੇ ਆਪਰੇਟਿੰਗ ਸਿਸਟਮ 'ਤੇ ਵਰਕ ਕਰਨਾ ਜਾਂ ਅਪਡੇਟ ਕਰਨਾ ਸਿਸਟਮ। ਤਾਂ ਐਡੀਸ਼ਨਲ ਟੂਲਸ ਐਂਡ ਲਾਇਬ੍ਰੇਰੀਜ਼ ਹੁੰਦੀਆਂ ਨੇ। ਦੀਜ਼ ਐਡੀਸ਼ਨਲ ਟੂਲਸ ਐਂਡ ਲਾਇਬ੍ਰੇਰੀ ਰਿਟਨ ਬਾਏ ਪ੍ਰੋਗਰਾਮਰ ਦੇ ਦੁਆਰਾ ਲਿਖੀਆਂ ਜਾਂਦੀਆਂ, ਕਾਲਡ ਬਾਏ ਟੂਲ ਚੇਨ, ਜਿਨ੍ਹਾਂ ਨੂੰ ਟੂਲ ਚੇਨ ਕਿਹਾ ਜਾਂਦਾ। ਇਹ ਵੀ ਸ਼ਾਰਟ ਕੁਐਸਚਨ ਆ ਸਕਦਾ। ਟੂਲ ਚੇਨ ਇਜ਼ ਰਿਟਨ ਡਿਵੈਲਪਮੈਂਟ ਟੂਲ ਯੂਜ਼ ਟੂ ਡਿਵੈਲਪਰ ਟੂ ਪ੍ਰੋਡਿਊਸ ਵਰਕਿੰਗ ਐਪਲੀਕੇਸ਼ਨ। ਕੋਈ ਵੀ ਐਪਲੀਕੇਸ਼ਨ ਨਾਲ ਤੁਸੀਂ ਵਰਕਿੰਗ ਕਰਨੀ ਹੈ ਤਾਂ ਉਹਦੇ ਰਿਗਾਰਡਿੰਗ ਤੁਸੀਂ ਇਹ ਜਿਹੜਾ ਯੂਜ਼ ਕਰ ਸਕਦੇ ਹੋ। ਐਂਡ ਯੂਜ਼ਰ ਆ ਗਿਆ, ਤਾਂ ਐਂਡ ਯੂਜ਼ਰ ਵੀ ਮੈਂ ਟੂਲ ਮੇਕ ਏ ਸਿਸਟਮ unique user and tool are not required operating system but necessary। ਇਹ ਸੀਗੇ ਜਿਹੜੇ ਇਹਦੇ ਟੂਲਸ ਨੇ ਜੋ ਵੀ ਆਪਰੇਟਿੰਗ ਸਿਸਟਮ ਦੇ ਅਕੋਰਡਿੰਗ ਤੁਹਾਨੂੰ ਯੂਜ਼ ਹੁੰਦੇ। ਤਾਂ ਇਹ ਫਸਟ ਪਾਰਟ ਬਣ ਗਿਆ ਜੋ ਕਿ ਆਪਣੇ ਲਿਨਿਕਸ ਦੇ ਵਿੱਚ ਸੀਗਾ ਮੇਨਲੀ। ਤਾਂ ਸੈਕੰਡ ਪਾਰਟ ਅੱਗੇ ਕਰਾਂਗੇ।